आऊज़ु बिल्लाहि मिनश शैतानिर रजीम बिस्मिल्लाहिर रहमानिर रहीम फमन अस्लमु मिम्मन कज़ब अलल्लाहि व कज़ब। अल्हम्दुलिल्लाह, ਅੱਜ ਅਸੀਂ 24ਵੇਂ ਪਾਰੇ ਦੇ ਖੁਲਾਸੇ ਦਾ ਆਗਾਜ਼ ਕਰ ਰਹੇ ਹਾਂ। 24ਵੇਂ ਪਾਰੇ ਦੀ ਇਬਤਦਾ ਇਸ ਤਰ੍ਹਾਂ ਹੋ ਰਹੀ ਹੈ, ਫਮਨ ਅਜ਼ਲਮ ਮਿਮਨ ਕਜ਼ਬ ਅਲੱਲਾਹ व कज़ब। ਇਸ ਰਕੂ ਵਿੱਚ ਸਭ ਤੋਂ ਪਹਿਲੇ ਉਸ ਜ਼ਾਲਮ ਸ਼ਖਸ ਦੇ ਬਾਰੇ ਚ ਕਿਹਾ ਗਿਆ ਜਿਨੇ ਰੱਬ ਦੀ ਸਦਾਕਤ ਨੂੰ ਜੁਟਲਾਇਆ। ਫਿਰ ਦੱਸਿਆ ਕਿ ਤਕਵਾ ਇਹ ਵੇ ਕਿ ਸੱਚ ਨੂੰ ਮੰਨਿਆ ਵੀ ਜਾਵੇ ਤੇ ਮੰਨਣ ਨੂੰ ਸਾਬਤ ਵੀ ਕੀਤਾ ਜਾਵੇ। ਫਿਰ ਕਿਹਾ ਕਿ ਮੁੱਤਕੀ ਲੋਕਾਂ ਵਾਸਤੇ ਅੱਲਾਹ ਤਾਲਾ ਦੀ ਹਿਫਾਜ਼ਤ ਹੀ ਕਾਫੀ ਹੈ, ਕਿਉਂਕਿ ਦੁਨੀਆ ਦੀ ਕੋਈ ਤਾਕਤ ਉਹਦੀ ਰਾਹ ਵਿੱਚ ਆੜ ਨਹੀਂ ਬਣ ਸਕਦੀ। ਦੂਸਰਾ ਰਕੂ, ਅੱਲਾਹੁ ਯਤਵਫਲ ਅਨਫੁਸ ਹੀਨ ਮੌਤਿਹਾ, ਮੌਤ ਹਯਾਤ ਅੱਲਾਹ ਦੇ ਕਬਜ਼ੇ ਵਿੱਚ, ਲਿਹਾਜ਼ਾ ਉਸੇ ਦੀ ਇਬਾਦਤ ਕੀਤੀ ਜਾਏ, ਨਾ ਕਿ ਉਹਨਾਂ ਦੀ ਜਿਹੜੇ ਖੁਦ ਵੀ ਆਪਣੀ ਹਿਫਾਜ਼ਤ ਨਹੀਂ ਕਰ ਸਕਦੇ। ਫਿਰ ਦੱਸਿਆ ਕਿ ਅੱਲਾਹ ਤਾਲਾ ਆਲਿਮੁਲ ਗੈਬ ਹੈ, ਕਾਇਨਾਤ ਦੀ ਕੋਈ ਚੀਜ਼ ਉਸ ਤੋਂ ਛੁਪੀ ਹੋਈ ਨਹੀਂ ਹੈ। ਫਿਰ ਕਿਹਾ ਕਿ ਸਰਕਸ਼ ਲੋਕ ਕਿਆਮਤ ਵਾਲੇ ਦਿਨ ਦੁਨੀਆ ਦੀ ਸਾਰੀ ਦੌਲਤ ਵੀ ਪੇਸ਼ ਕਰ ਦੇਣ ਤਾਂ ਵੀ ਅਜ਼ਾਬ ਤੋਂ ਨਹੀਂ ਬਚ ਸਕਣਗੇ। ਫਿਰ ਇਨਸਾਨ ਦੀ ਫਿਤਰਤ ਦੱਸੀ ਹੈ ਕਿ ਜਦੋਂ ਇਸ ਨੂੰ ਅੱਲਾਹ ਤਾਲਾ ਨਿਮਤ ਦਿੰਦਾ ਹੈ ਤੇ ਇਹ ਕਹਿੰਦਾ ਹੈ ਕਿ ਮੇਰੇ ਹੁਨਰ ਤੇ ਕਾਬਲੀਅਤ ਦਾ ਕਮਾਲ ਹੈ। ਇਹ ਸੋਚ ਇੰਤਹਾਈ ਗਲਤ ਹੈ। ਤੀਸਰਾ ਰੁਕੂ, ਕੁਲ ਯਾ ਇਬਾਦੀ ਅੱਲਜ਼ੀਨ ਅਸਰਫੂ ਅਲਾ ਅਨਫੁਸਿਹਿਮ। ਇਨਸਾਨ ਨੂੰ ਕਦੀ ਵੀ ਅੱਲਾਹ ਤਾਲਾ ਦੀ ਰਹਿਮਤ ਤੋਂ ਮਾਯੂਸ ਨਹੀਂ ਹੋਣਾ ਚਾਹੀਦਾ। ਫਿਰ ਦੱਸਿਆ ਕਿ ਵਕਤ ਹੱਥੋਂ ਨਿਕਲਣ ਤੋਂ ਬਾਅਦ ਸ਼ਰਮਿੰਦਗੀ ਤੇ ਨਦਾਮਤ ਬੇਕਾਰ ਹੈ। ਇਨਸਾਨ ਨੂੰ ਮੁਹਲਤ ਖਤਮ ਹੋਣ ਤੋਂ ਪਹਿਲੇ ਮੁਆਫੀ ਮੰਗ ਲੈਣੀ ਚਾਹੀਦੀ ਹੈ। ਇਹ ਨਾਫਰਮਾਨ ਲੋਕਾਂ ਦਾ ਕੰਮ ਹੈ ਕਿ ਐਸ਼ੋ ਇਸ਼ਰਤ ਵਿੱਚ ਮਗਨ ਰਹਿੰਦੇ ਨੇ, ਸਜ਼ਾ ਵੇਖ ਕੇ ਖੁਦਾ ਯਾਦ ਆ ਜਾਂਦਾ ਹੈ। ਚੌਥਾ ਰਕੂ, ਕੁਲ ਅਫਾ ਗੈਰ ਅੱਲਾਹ ਤਅਮੁਰੂਨੀ ਆਬੁਦੁ ਅਯੁਹਲ ਜਾਹਿਲੂਨ। ਫਰਮਾਇਆ ਕਿ ਮੁਸ਼ਰਿਕਾਂ ਨੇ ਅੱਲਾਹ ਤਾਲਾ ਦੀ ਕੁਦਰਤ ਦਾ ਸਹੀ ਅੰਦਾਜ਼ਾ ਹੀ ਨਹੀਂ ਲਗਾਇਆ, ਤਾਂ ਹੀ ਗੈਰੁੱਲਾ ਨੂੰ ਪੁਕਾਰਦੇ ਨੇ। ਫਿਰ ਕਿਆਮਤ ਦਾ ਨਕਸ਼ਾ ਖਿੱਚਿਆ ਕਿ ਕਿਵੇਂ ਅਦਾਲਤ ਕਾਇਮ ਹੋਏਗੀ, ਕਿਸ ਕਿਸ ਤਰ੍ਹਾਂ ਅੰਬੀਆ ਆਪਣੀਆਂ ਆਪਣੀਆਂ ਉਮਤਾਂ ਦੇ ਬਤੌਰ ਗਵਾਹ ਪੇਸ਼ ਹੋਣਗੇ। ਫਿਰ ਹਰ ਇੱਕ ਨੂੰ ਉਹਦੇ ਕੀਤੇ ਦਾ ਬਦਲਾ ਮਿਲੇਗਾ। ਪੰਜਵਾਂ ਰਕੂ, ਵਸੀਕ ਅੱਲਜ਼ੀਨ ਕਫਰੂ ਇਲਾ ਜਹੰਨਮ ਜ਼ੁਮਰਾ। ਇਸ ਰਕੂ ਵਿੱਚ ਕਿਆਮਤ ਵਾਲੇ ਦਿਨ ਮੂਮਨ ਗਰੋਹ ਤੇ ਕਾਫਰ ਗਰੋਹ ਦੇ ਹਾਲਾਤ ਬਿਆਨ ਕੀਤੇ ਗਏ ਨੇ। ਕਾਫਰਾਂ ਨੂੰ ਧੱਕ ਕੇ ਜਹੰਨਮ ਵੱਲ ਲਿਜਾਇਆ ਜਾਏਗਾ। ਜਦੋਂ ਉਹ ਦੋਜ਼ਖ ਦੇ ਦਰਵਾਜ਼ੇ ਤੇ ਪਹੁੰਚਣਗੇ ਤੇ ਦੋਜ਼ਖ ਦੇ ਦਰਬਾਨ ਉਹਨਾਂ ਨੂੰ ਕਹਿਣਗੇ ਕਿ ਤੁਹਾਨੂੰ ਕੋਈ ਸਮਝਾਉਣ ਵਾਲਾ ਨਹੀਂ ਆਇਆ ਸੀ। ਉਹ ਜਵਾਬ ਦੇਣਗੇ ਕਿ ਆਇਆ ਤਾਂ ਸੀ, ਪਰ ਅਸੀਂ ਬਦਨਸੀਬ ਐਸਨ, ਅਸੀਂ ਮੰਨਿਆ ਹੀ ਨਹੀਂ ਸੀ। ਫਿਰ ਉਹਨਾਂ ਨੂੰ ਜਹੰਨਮ ਦੇ ਹਵਾਲੇ ਕਰਤਾ ਜਾਏਗਾ ਤੇ ਦੂਸਰੇ ਪਾਸੇ ਮੂਮਨਾਂ ਨੂੰ ਸਲਾਮਾਂ ਕਹੀਆਂ ਜਾਣਗੀਆਂ, ਪ੍ਰੋਟੋਕੋਲ ਦਿੱਤਾ ਜਾਏਗਾ ਤੇ ਉਹ ਜੰਨਤ ਵਿੱਚ ਦਾਖਲ ਹੋਣਗੇ। ਛੇਵਾਂ ਰਕੂ, ਹਾਮੀਮ ਤਨਜ਼ੀਲੁਲ ਕਿਤਾਬ ਮਿਨ ਅੱਲਾਹਿਲ ਅਜ਼ੀਜ਼ਿਲ ਅਲੀਮ। ਇੱਥੋਂ ਸੂਰਾ ਮੂਮਨ ਵੀ ਸ਼ੁਰੂ ਹੋ ਰਹੀ ਹੈ। ਇਹਦੇ ਵਿੱਚ ਦੱਸਿਆ ਹੈ ਕਿ ਮੁਸਲਮਾਨ ਕਿਤੇ ਕਾਫਰਾਂ ਦੀ ਚਮਕ ਦਮਕ ਦਾ ਸ਼ਿਕਾਰ ਨਾ ਹੋ ਜਾਣ। ਇਹ ਲੋਕ ਜੇ ਦੁਨੀਆ ਵਿੱਚ ਅੱਲਾਹ ਦੇ ਅਜ਼ਾਬ ਤੋਂ ਬਚ ਵੀ ਜਾਣਗੇ ਤੇ ਆਖਰਤ ਵਿੱਚ ਨਹੀਂ ਬਚ ਸਕਣਗੇ। ਫਿਰ ਦੱਸਿਆ ਕਿ ਮੂਮਨਾਂ ਵਾਸਤੇ ਫਰਿਸ਼ਤੇ ਵੀ ਦੁਆ ਕਰਦੇ ਨੇ, ਬਲਕਿ ਉਹਨਾਂ ਦੇ ਮਾਂ-ਬਾਪ ਤੇ ਅਹਲੋ ਇਯਾਲ ਵਾਸਤੇ ਵੀ ਦੁਆ ਕਰਦੇ ਨੇ। ਸਤਵਾਂ ਰਕੂ, ਇਨੱਲਜ਼ੀਨ ਕਫਰੂ ਯੁਨਾਦਊਨ ਲਮਕਤੁੱਲਾਹ। ਇਸ ਰਕੂ ਵਿੱਚ ਕਾਫਰਾਂ ਦੀ ਹਾਲਤ ਦੱਸੀ ਕਿ ਕਿਆਮਤ ਵਾਲੇ ਦਿਨ ਉਹਨਾਂ ਦੇ ਦਿਲ ਗਲੇ ਵਿੱਚ ਅਟਕ ਜਾਣਗੇ, ਨਾ ਮਾਲੋ ਦੌਲਤ ਕੰਮ ਆਏਗੀ ਤੇ ਨਾ ਹੀ ਸਿਫਾਰਿਸ਼ ਚੱਲੇਗੀ। ਫਿਰ ਦੱਸਿਆ ਕਿ ਅੱਲਾਹ ਤਾਲਾ ਇਨਸਾਨ ਦੇ ਹਰ ਅਮਲ ਤੇ ਹਰ ਹਰਕਤ ਤੋਂ ਵਾਕਿਫ ਹੈ। ਅੱਠਵਾਂ ਰਕੂ ਇਸ ਤਰ੍ਹਾਂ ਹੈ, ਅਫਲਮ ਯਸੀਰੂ ਫਿਲ ਅਰਜ਼ ਫਯਨਜ਼ੁਰੂ। ਇਸ ਵਿੱਚ ਪਿਛਲੀਆਂ ਕੌਮਾਂ ਤੇ ਉਹਨਾਂ ਤੇ ਆਉਣ ਵਾਲੇ ਅਜ਼ਾਬਾਂ ਦਾ ਤਜ਼ਕਰਾ ਹੈ। ਫਿਰ ਮੂਸਾ ਅਲੈਹਿਸਲਾਮ ਤੇ ਉਹਨਾਂ ਦੇ 3 ਦੁਸ਼ਮਣ ਫਿਰੌਨ, ਕਾਰੂਨ ਤੇ ਹਾਮਾਨ ਦਾ ਤਜ਼ਕਰਾ ਹੈ। ਉਹਨਾਂ ਨੂੰ ਮੂਸਾ ਅਲੈਹਿਸਲਾਮ ਨੇ ਬੜਾ ਸਮਝਾਇਆ, ਪਰ ਇਹ ਆਪਣੀ ਨਾਫਰਮਾਨੀ ਤੇ ਸਰਕਸ਼ੀ ਤੋਂ ਬਾਜ਼ ਨਹੀਂ ਆਏ। ਬਿਲ ਆਖਰ ਨੇਸਤੋ ਨਾਬੂਦ ਕਰ ਦਿੱਤੇ ਗਏ। ਨੌਵਾਂ ਰਕੂ ਇਸ ਤਰ੍ਹਾਂ ਸ਼ੁਰੂ ਹੋ ਰਿਹਾ ਹੈ, ਵਕਾਲ ਰਜੁਲ ਮੁਅਮਿਨ ਮਿਨ ਆਲੀ ਫਿਰੌਨ ਯਕਤੁਮ ਈਮਾਨਹੁ। ਦੱਸਿਆ ਕਿ ਇੱਕ ਬੰਦਾ ਫਿਰੌਨ ਦੀ ਕੌਮ ਦਾ ਸੀ, ਪਰ ਉਹ ਫਿਰੌਨ ਤੋਂ ਡਰਦਿਆਂ ਹੋਇਆਂ ਈਮਾਨ ਨੂੰ ਛੁਪਾ ਰਿਹਾ ਸੀ। ਚੁਪਕੇ ਲੋਕਾਂ ਨੂੰ ਈਮਾਨ ਦੀ ਦਾਵਤ ਦਿੰਦਾ ਸੀ ਤੇ ਉਹ ਦੁਨੀਆ ਦੀ ਬੇਸੁਬਾਤੀ ਨੂੰ ਐਵੇਂ ਬਿਆਨ ਕਰਦਾ ਸੀ ਕਿ ਇਹ ਅੱਜ ਕਿਸੇ ਦੀ ਹੈ ਤੇ ਕੱਲ ਕਿਸੇ ਦੀ ਹੋਏਗੀ। ਕਦੀ ਉਹ ਪਹਿਲੀਆਂ ਸਰਕਸ਼ ਕੌਮਾਂ ਤੇ ਉਹਨਾਂ ਦੇ ਆਉਣ ਵਾਲੇ ਅਜ਼ਾਬਾਂ ਦਾ ਜ਼ਿਕਰ ਕਰਦਾ, ਕਦੀ ਉਹ ਹਜ਼ਰਤ ਯੂਸਫ ਅਲੈਹਿਸਲਾਮ ਦੀ
ਤਖਤੇ ਮਿਸਰ ਦੀ ਸਲਤਨਤ ਦਾ ਜ਼ਿਕਰ ਕਰਦਾ। ਇਹ ਸਾਰੇ ਉਹਦੇ ਲੋਕਾਂ ਨੂੰ ਸਮਝਾਉਣ ਦੇ ਮੁਖਤਲਿਫ ਤਰੀਕੇ ਸੀ। 10ਵਾਂ ਰੁਕੂ ਵਕਾਲ ਅੱਲਜ਼ੀ ਆਮਨਾ या कौम इत्तबिऊनी अहदिकुम, अल्लाह ने फरमाया कि आखिर उस मोमन ने अपने ईमान का इजहार करके अपनी कौम तो बेजारी ते बरात का ऐलान कर दिता। फिर दसिया कि सारे फिरऔनी हुण अल्लाह के अजाब विच ने, सुबह शाम उन्होंने जहन्नम ते पेश किया जाता है कि वेख लो ये तुहाडा ठिकाना है, क़यामत वाले दिन तुहानू इहदे विच सुटिया जाना है। 11वां रुकू इन्ना लनंसुरु रुसुलना वल्लज़ीना आमनू फिल हयाति दुनिया, फरमाया अल्लाह ताला ने हमेशा अपने रसूलों की मदद फरमाई है। ईमान वाले अगर ईमान की सच्चाई का अमली सबूत पेश करन ते उन्हां दी मदद का भी अल्लाह ताला ने वादा किया है। फिर नाफरमाना का क़यामत वाले दिन कोई उज़र कबूल नहीं किया जाएगा। फिर मुसलमानों को समझाया कि अल्लाह ने बनी इसराइल ते बड़े बड़े इनाम किए, पर वो नाफरमानियां करके अल्लाह की रहमत तो दूर हो गए, तुसी भी किते उन्हां वर्गे न हो जाना। 12वां रुकू अल्लाहुल्लज़ी जअल लकुमुल लैला लितस्कुनू फीह, इस रुकू विच अल्लाह ताला की कुदरत के मज़ाहिर ते इंसान ते कीते गए इनामात का बयान है, ते नाल ही इंसान की पैदाइश ते इहदी गर्ज़ो गायत और मकसद नूं बयान किया है कि अल्लाह ताला ने अपनी मर्जी पूरी करने वास्ते इंसान नूं पैदा किया। इस वास्ते इंसान नूं चाहिए कि खलूसे दिल नाल इस्लाम नूं कबूल करे। 13वां रुकू अलम तरा इलल लज़ीना युजादिलूना फी आयातिल्लाहि, इस रुकू विच अल्लाह ताला दीआं आयतां बारे झगड़ा करने वालियां दे अंजाम दे बारे च दस्सिया कि क़यामत वाले दिन इन्हां दीआं गर्दनां विच तौक पाए जाणगे ते इन्हां नूं बलदा सड़दा पानी दिता जाएगा। फिर इन्होंने पूछा जाएगा कि तुहाडे शरीक कित्थे ने, सामने क्यों नहीं आते। दरअसल समझाया जा रहा है कि क़यामत वाले दिन कोई किसी दे काम नहीं आएगा। 14वां रुकू अल्लाहुल्लज़ी जअल लकुमुल अनाम लितरकबू मिनहा, इस रुकू विच दस्सिया है कि असी इंसान नूं जानवर दिते कि सवारी भी करन ते जदों जरूरत पवे ज़िबा करके खा भी लैन। ते इन्हां दी उन तो किन्नियां चीज़ां इंसान बना सकदा है। इसी तरह इन्हां वास्ते कश्तियां का सामान पैदा किया, पर इंसान बड़ा नाशुकरा है। फिर पहलियां कौमां की नाफरमानी ते सरकशी का जिक्र किया है कि जे वो नहीं बच सके सी तो ये किस तरह बच सकते हैं। 15वां रुकू हामीम तंजील मिनर रहमान रहीम, इथों पारे का 15वां ते सूरह हामीम सजदा का पहला रुकू शुरू हो रहा है। फरमाया कि जे इंसान अकलो शऊर तो कम लवे तो कुरान के जरिए हिदायत हासिल करना बहुत आसान है, पर मुखालिफीन तो इस तरफ आते नहीं। वो कहते हैं कि साडे दिल इस तो ना आशना ते साडे कान बंद ते साडे ते रसूल दे दरम्यान पर्दा है। फिर ज़कात ना देने वालियां नूं मुशरकां विच गिनिया गया है ते अजाब दी खबर दी गई है। 16वां रुकू कुल इन्नकुम लतकफुरूना बिल्लज़ी खलकल अर्ज़, इस रुकू विच मज़ाहिर कायनात का तज़किरा करदियां होया मुनकरीन हक नूं पुछया गया कि आयात इलाही नूं वेखण तो बाद भी तुसी खालके कायनात का इनकार कर रहे हो। फिर आद और समूद दी हलाकत का जिक्र किया गया कि किड्डियां शानां ते शौकत वालियां कौमां सन, पर कुफर शिरक की वजह तो नेस्तो नाबूद हो गईयां ते ये मुनकरीन उन्हां दे मुकाबले विच किस खाते विच आउंदे ने। 17वां रुकू यौम युहशरु आदाउल्लाहि इलन नार, इस रुकू विच दस्सिया कि इंसान दियां बदआमालियां दी गवाही उहदे कन अख हथ पैर ते उन्हां दे जिस्म दे चमड़े देणगे। इंसान इन्हां नूं हैरान होकर कहेगा कि तुसी मेरे खिलाफ गवाही दे रहे हो, तो वो जवाब देणगे कि दरअसल असी दुनिया विच तेरी ताबेदारी करन ते मजबूर सां। सानू अल्लाह ने कहा सी कि तुसी इहदा कहना मनना ते असी मन्निया, ते अज सानू अल्लाह ताला ने बोलन की ताकत दिती ते असी तेरे सारे हालात तेरे सामने रख दिते। 18वां रुकू वक़ाल लज़ीना कफ़रू ला तस्मऊ लिहाज़ल कुरआन, इस विच उन्हां काफरां नूं धमकी दिती गई जिहड़े शोर करके कुरआन की आवाज़ नूं दबाना चाहते सन। फिर दस्सिया कि बातल परस्त लोग दूसरे लोगों नूं भी गुमराह करते हैं। क़यामत वाले दिन गुमराह लोगों नूं जदों अजाब होएगा तो वह रब नूं कहणगे कि एक बारी सानू वो भी लोग विखा दे जिहड़े साडे लीडर ते साडे रहनुमा सन,
ਤਾਂ ਕਿ ਅਸੀਂ ਉਹਨਾਂ ਨੂੰ ਆਪਣੇ ਪੈਰਾਂ ਥੱਲੇ ਮਸਲ ਲਈਏ ਕਿ ਅੱਜ ਇਹਨਾਂ ਬਦਬਖਤਾਂ ਦੀ ਵਜ੍ਹਾ ਤੋਂ ਸਾਨੂੰ ਇਹ ਅਜ਼ਾਬ ਸਹਿਣਾ ਪੈ ਰਿਹਾ ਹੈ। 19ਵਾਂ ਰਕੂ ਵਮਨ ਅਹਸਨ ਕੌਲਮ ਮਿਮਨ ਦਆ ਇਲੱਲਾਹ, ਇਸ ਰਕੂ ਵਿੱਚ ਉਹਨਾਂ ਖੁਸ਼ਨਸੀਬ ਲੋਕਾਂ ਦਾ ਜ਼ਿਕਰ ਹੈ ਜਿਹੜੇ ਖੁਦ ਵੀ ਨੇਕ ਸਨ ਤੇ ਦੂਸਰਿਆਂ ਨੂੰ ਨੇਕੀ ਦੀ ਰਾਹ ਤੇ ਲਾਉਂਦੇ ਸਨ। ਫਿਰ ਅੱਲਾਹ ਤਾਲਾ ਦੀਆਂ ਕੁਦਰਤਾਂ ਤੇ ਚੰਦ ਨਿਸ਼ਾਨੀਆਂ ਦਾ ਬਿਆਨ ਹੈ ਤੇ ਸੂਰਜ ਤੇ ਚੰਦ ਦੇ ਪੁਜਾਰੀਆਂ ਨੂੰ ਇਸ ਹਰਕਤ ਤੋਂ ਰੋਕਿਆ ਹੈ ਕਿ ਇਹ ਤੇ ਮਖਲੂਕ ਨੇ, ਇਹਨਾਂ ਨੂੰ ਤੇ ਖੁਦਾ ਨਾ ਕਹੋ। ਫਿਰ ਕੁਰਾਨ ਦੀ ਹਿਫਾਜ਼ਤ ਦਾ ਇਵੇਂ ਐਲਾਨ ਕੀਤਾ ਕਿ ਬਾਤਲ ਨਾ ਕੁਰਾਨ ਦੇ ਸਾਹਮਣੇ ਤੋਂ ਆ ਸਕਦਾ ਹੈ ਨਾ ਪਿੱਛੇ ਤੋਂ ਆ ਸਕਦਾ ਹੈ। ਫਿਰ ਕੁਰਾਨ ਦੇ ਜ਼ਰੀਏ ਹਿਦਾਇਤ ਹਾਸਲ ਨਾ ਕਰਨ ਵਾਲਿਆਂ ਨੂੰ ਅੰਨਿਆਂ ਨਾਲ ਤਸ਼ਬੀਹ ਦਿੱਤੀ ਹੈ ਕਿ ਜਿਵੇਂ ਅੰਨਾ ਬੰਦਾ ਠੋਕਰਾਂ ਖਾਂਦਾ ਫਿਰਦਾ ਹੈ, ਇਵੇਂ ਹੀ ਇਹ ਲੋਕ ਵੀ ਠੋਕਰਾਂ ਖਾਂਦੇ ਫਿਰਦੇ ਨੇ। ਆਖਰੀ ਰਕੂ ਵਲਕਦ ਆਤੈਨਾ ਮੂਸਲ ਕਿਤਾਬ ਫਖਤੁਲਿਫ ਫੀਹ, ਇਸ ਰਕੂ ਵਿੱਚ ਦੱਸਿਆ ਕਿ ਮੂਸਾ ਅਲੈਹਿਸਲਾਮ ਦੀ ਕੌਮ ਨੇ ਰਾਹੇ ਹੱਕ ਦੇ ਬਾਰੇ ਵਿੱਚ ਇਖਤਲਾਫ ਕੀਤਾ। ਜੇ ਅੱਲਾਹ ਤਾਲਾ ਦੀ ਮਸਲਹਤ ਨਾ ਹੁੰਦੀ ਤੇ ਅਸੀਂ ਇਹਨਾਂ ਦਾ ਕਿੱਸਾ ਹੀ ਪਾਕ ਕਰ ਦਿੰਦੇ। ਫਿਰ ਦੱਸਿਆ ਕਿ ਅਮਲਾਂ ਨਾਲ ਫੈਸਲੇ ਹੋਣਗੇ, ਚੰਗੇ ਕੰਮਾਂ ਦਾ ਚੰਗਾ ਤੇ ਮੰਦੇ ਕੰਮਾਂ ਦਾ ਮੰਦਾ ਨਤੀਜਾ ਨਿਕਲੇਗਾ ਤੇ ਇਹ ਉਹਦੀ ਸਜ਼ਾ ਭੁਗਤਣਗੇ। ਅੱਲਾਹ ਤਾਲਾ ਸਾਨੂੰ ਸਮਝਣ ਦੀ ਅਮਲ ਕਰਨ ਦੀ ਤੌਫੀਕ ਅਤਾ ਫਰਮਾਏ। व आखिरु दावाना अनिल हम्दुलिल्लाहि रब्बिल आलमीन। This program is the sole property of Pakistan Broadcasting Corporation, Islamabad. Piracy in this regard is illegal.